ਵੈਲਕਮ ਮਾਈ ਡੀਅਰ ਸਟੂਡੈਂਟਸ। ਅੱਜ ਆਪਾਂ 10th ਕਲਾਸ ਦੀਆਂ ਚੈਪਟਰ ਵਾਈਜ਼ ਲਰਨਿੰਗ ਆਊਟਕਮਸ ਡਿਸਕਸ ਕਰਾਂਗੇ। ਦੇਖੋ ਬੇਟਾ, ਧਿਆਨ ਨਾਲ ਸੁਣਨਾ, ਵੀਡੀਓ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਬੇਟਾ ਜ਼ਰੂਰ ਕਰ ਦੇਣਾ ਤਾਂ ਜੋ ਤੁਹਾਨੂੰ ਬੇਟਾ ਨੈਕਸਟ ਵੀਡੀਓਜ਼ ਨਾਲ ਦੀ ਨਾਲ ਮਿਲਦੇ ਰਹਿਣ। ਠੀਕ ਹੈ ਬੇਟਾ। ਦੇਖੋ ਬੇਟਾ, ਚਲੋ ਚੈਪਟਰ 1 ਰੀਅਲ ਨੰਬਰਸ। ਠੀਕ ਹੈ, ਵਾਸਤਵਿਕ ਸੰਖਿਆਵਾਂ। ਇਹਦੀ ਲਰਨਿੰਗ ਆਊਟਕਮ ਹੈ ਬੇਟਾ ਸੰਖਿਆਵਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਆਪਸੀ ਸੰਬੰਧ ਜਿਹੜੇ ਕਿ ਨਤੀਜੇ ਪ੍ਰਾਪਤ ਕਰਨ ਲਈ ਪਹਿਲਾਂ ਪੜ੍ਹੇ ਹਨ, ਜਿਵੇਂ ਕਿ ਯੂਕਲਿਡ ਵੰਡ ਐਲਗੋਰਿਥਮ, ਅੰਕ ਗਣਿਤਕ ਦੀ ਮੂਲਭੂਤ ਪ੍ਰਮੇୟ ਦਾ ਪ੍ਰਯੋਗ ਕਰਦਾ ਹੋਇਆ ਇਹਨਾਂ ਨੂੰ ਆਮ ਜ਼ਿੰਦਗੀ ਵਿੱਚ ਮੁਸ਼ਕਲਾਂ ਹੱਲ ਕਰਨ ਲਈ ਲਾਗੂ ਕਰਦਾ ਹੈ। ਮਤਲਬ ਜਨਰਲਾਈਜ਼ ਦ ਪ੍ਰੋਪਰਟੀਜ਼ ਆਫ ਨੰਬਰਸ, ਰਿਲੇਸ਼ਨਸ ਅਮੰਗ ਦੈਮ, ਸਟੱਡੀਡ ਅਰਲੀਅਰ ਟੂ ਇਵੋਲਵ ਰਿਜ਼ਲਟ ਸੱਚ ਐ ਯੂਕਲਿਡ ਡਿਵੀਜ਼ਨ ਐਲਗੋਰਿਥਮ। ਯੂਕਲਿਡ ਡਿਵੀਜ਼ਨ ਐਲਗੋਰਿਥਮ ਬੇਟਾ ਕਿਹੜੀ ਸੀਗੀ ਆਪਣੇ ਕੋਲ? A ਇਜ਼ ਇਕਲ ਟੂ BQ ਪਲਸ R। ਠੀਕ ਹੈ, ਇਹ 'ਚ ਦੇਖੋ ਬੇਟਾ A B ਨਾਲ ਮੰਨ ਲਓ ਡਿਵਾਈਡ ਕਰਦੇ ਹਾਂ ਆਪਾਂ, ਕੁਐਸਚਨ ਕਿੰਨਾ ਆ ਗਿਆ Q, ਰਿਮਾਈਂਡਰ ਕਿੰਨਾ ਆਪਣੇ ਕੋਲ R। ਜਿਹੜੀ ਰਿਮਾਈਂਡਰ ਦੀ ਵੈਲਿਊ ਹੈ ਬੇਟਾ ਉਹ ਹਮੇਸ਼ਾ ਕਿਹ ਤੋਂ ਲੈਸ ਹੁੰਦੀ ਆ? B ਤੋਂ ਲੈਸ ਹੁੰਦੀ ਆ ਅਤੇ ਗ੍ਰੇਟਰ ਐਂਡ ਇਕੁਅਲ ਟੂ 0 ਹੁੰਦੀ ਆ। ਠੀਕ ਹੈ, ਇਹ ਸੀਗੀ ਬੇਟਾ ਯੂਕਲਿਡ ਡਿਵੀਜ਼ਨ ਐਲਗੋਰਿਥਮ। ਅੱਗੇ ਹੈ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਐਂਡ ਅਰਿਥਮੈਟਿਕ। ਇਹ ਵਾਲੀ ਥਿਊਰਮ ਕੀ ਸੀ ਬੇਟਾ ਆਪਣੇ ਕੋਲ? ਇਹਦੇ ਅਕੋਰਡਿੰਗ ਐਵਰੀ ਕੰਪੋਜ਼ਿਟ ਨੰਬਰ ਹੈ ਬੇਟਾ ਨੂੰ ਕੈਨ ਬੀ ਫੈਕਟਰਾਈਜ਼ਡ ਐਜ਼ ਏ ਪ੍ਰੋਡਕਟ ਆਫ ਪ੍ਰਾਈਮ ਨੰਬਰਸ। ਕੋਈ ਵੀ ਜਿਹੜਾ ਕੰਪੋਜ਼ਿਟ ਨੰਬਰ ਆ, ਮਤਲਬ ਭਾਜ ਸੰਖਿਆ ਆ, ਉਹਨੂੰ ਆਪਾਂ ਅਭਾਜ ਸੰਖਿਆਵਾਂ ਦੇ ਗੁਣਨਖੰਡਾਂ ਦੇ ਰੂਪ ਵਿੱਚ ਲਿਖ ਸਕਦੇ ਹਾਂ। ਠੀਕ ਹੈ, ਜਿਵੇਂ ਮੰਨ ਲਓ 8 ਹੋ ਗਿਆ। 8 ਕੀ ਆਪਣੇ ਕੋਲ ਕੰਪੋਜ਼ਿਟ ਨੰਬਰ। ਠੀਕ ਹੈ, ਭਾਜ ਸੰਖਿਆ, ਇਹਦੇ ਫੈਕਟਰ ਕੀ ਬਣ ਗਏ? 2 ਇੰਟੂ 2 ਇੰਟੂ 2। ਇਹ ਕੀ ਹੋ ਗਿਆ ਬੇਟਾ ਆਪਣੇ ਕੋਲ? ਪ੍ਰਾਈਮ ਨੰਬਰਸ। ਠੀਕ ਹੈ, ਇਹਦਾ ਮਤਲਬ ਕੋਈ ਵੀ ਕੰਪੋਜ਼ਿਟ ਨੰਬਰ ਆ ਉਹਨੂੰ ਆਪਾਂ ਐਜ਼ ਏ ਪ੍ਰੋਡਕਟ ਆਫ ਪ੍ਰਾਈਮ ਨੰਬਰਸ ਫੈਕਟਰਾਈਜ਼ ਕਰ ਸਕਦੇ ਹਾਂ। ਇਹਦੇ ਵਿੱਚ ਕਿਸ ਤਰ੍ਹਾਂ ਸਮ ਆ, ਜਿਵੇਂ HCF LCM ਫਾਈਂਡ ਆਊਟ ਕਰਨਾ। ਠੀਕ ਹੈ, ਇਹ ਸਾਰੇ ਕੁਐਸਚਨਸ ਬੇਟਾ ਇਹਦੇ ਨਾਲ ਰਿਲੇਟਡ ਨੇ। ਉਸ ਤੋਂ ਬਾਅਦ ਦੇਖੋ ਬੇਟਾ ਨੈਕਸਟ ਹੈ ਆਪਣੇ ਕੋਲ ਚੈਪਟਰ 2 ਪੋਲੀਨੋਮੀਅਲ ਦੀ ਲਰਨਿੰਗ ਆਊਟਕਮ ਕੀ ਹੈ ਬੇਟਾ? ਡਿਵੈਲਪ ਏ ਰਿਲੇਸ਼ਨਸ਼ਿਪ ਬਿਟਵੀਨ ਅਲਜਬਰਿਕ ਐਂਡ ਗ੍ਰਾਫਿਕਲ ਮੈਥਡਸ ਆਫ ਫਾਈਂਡਿੰਗ ਦ ਜ਼ੀਰੋਜ਼ ਆਫ ਏ ਪੋਲੀਨੋਮੀਅਲ। ਠੀਕ ਹੈ, ਬਹੁਪਦੀ ਸਿਫਰਾਂ ਪਤਾ ਕਰਨ ਲਈ ਬੀਜ ਗਣਿਤਕ ਅਤੇ ਆਲੇਖਿਕ ਵਿਧੀਆਂ ਵਿਚਕਾਰ ਸੰਬੰਧ ਸਥਾਪਿਤ ਕਰਦਾ ਹੈ। ਇਹਦੀ ਲਰਨਿੰਗ ਆਊਟਕਮ ਕੀ ਹੈ ਬੇਟਾ? ਜੇ ਮੰਨ ਲਓ ਤੁਹਾਨੂੰ ਕੋਈ ਵੀ ਗ੍ਰਾਫ ਦਿੱਤਾ ਹੁੰਦਾ ਆ, ਠੀਕ ਹੈ, ਗ੍ਰਾਫ ਦਿੱਤਾ ਹੋਇਆ, ਤੁਸੀਂ ਨੰਬਰ ਆਫ ਜ਼ੀਰੋਜ਼ ਫਾਈਂਡ ਆਊਟ ਕਰਨੀ ਹੈ। ਇੱਕ ਤਾਂ ਮੈਥਡ ਸੀਗਾ ਗ੍ਰਾਫ ਨਾਲ, ਠੀਕ ਹੈ, ਕਿੰਨੇ ਪੁਆਇੰਟਸ ਤੋਂ ਕੱਟ ਕਰਦਾ ਆ। ਠੀਕ ਹੈ, ਉਹ ਕੀ ਸੀ ਬੇਟਾ? ਇਹਦਾ ਗ੍ਰਾਫ 'ਤੇ ਆਪਾਂ ਨੰਬਰ ਆਫ ਜ਼ੀਰੋਜ਼ ਫਾਈਂਡ ਆਊਟ ਕਰਦੇ ਹਾਂ। ਜਿਵੇਂ ਇਹ ਐਕਸ ਐਕਸਿਸ ਆ, ਇਹ 'ਚ ਨੰਬਰ ਆਫ ਜ਼ੀਰੋਜ਼ ਕਿੰਨੇ ਬਣ ਗਿਆ? 1 2 3। ਠੀਕ ਹੈ, ਉਸ ਤੋਂ ਬਾਅਦ ਦੇਖੋ ਬੇਟਾ ਇੱਕ ਆਪਾਂ ਇਹ 'ਚ ਕੀ ਸਿੱਖਦੇ ਹਾਂ? ਰਿਲੇਸ਼ਨਸ਼ਿਪ ਫਾਈਂਡ ਆਊਟ ਕਰਦੇ ਹਾਂ। ਆਪਾਂ ਇਹ 'ਚ ਪੜ੍ਹਦੇ ਹਾਂ ਸਮ ਆਫ ਜ਼ੀਰੋਜ਼। ਠੀਕ ਹੈ, ਸਮ ਆਫ ਜ਼ੀਰੋਜ਼ ਦੀ ਰਿਲੇਸ਼ਨਸ਼ਿਪ ਕੱਢਦੇ ਸੀ ਬੇਟਾ। ਇਹਦੇ ਵਿੱਚ ਆਪਾਂ ਕੀ ਹੁੰਦਾ? ਮਾਈਨਸ ਕੋਫੀਸ਼ੀਐਂਟ ਆਫ ਐਕਸ ਕੁਆਡਰੇਟਿਕ ਇਕੁਏਸ਼ਨ ਦੇ ਵਿੱਚ ਅਪੋਨ ਕੋਫੀਸ਼ੀਐਂਟ ਆਫ ਐਕਸ ਦਾ ਸਕੁਅਰ। ਸਮ ਆਫ ਜ਼ੀਰੋਜ਼ ਦੀ ਰਿਲੇਸ਼ਨ ਪੜ੍ਹਦੇ ਹਾਂ ਅਤੇ ਪ੍ਰੋਡਕਟ ਆਫ ਜ਼ੀਰੋਜ਼ ਬਾਰੇ। ਠੀਕ ਹੈ, ਪ੍ਰੋਡਕਟ ਆਫ ਜ਼ੀਰੋਜ਼ ਸਿਫਰਾਂ ਦੇ ਗੁਣਨਫਲ ਬਾਰੇ। ਠੀਕ ਹੈ, ਇਹ ਸਾਰੇ ਰਿਲੇਸ਼ਨ ਬੇਟਾ ਇਹਦੇ 'ਚ ਪੜ੍ਹਦੇ ਹਾਂ ਆਪਾਂ। ਠੀਕ ਹੈ, ਇਹਦੇ ਨਾਲ ਰਿਲੇਟਡ ਜਿਹੜੇ ਸਮਸ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ। ਨੈਕਸਟ ਹੈ ਬੇਟਾ ਆਪਣੇ ਕੋਲ ਚੈਪਟਰ 3 ਦੀ ਕੀ ਹੈ ਬੇਟਾ? ਫਾਈਂਡ ਸੋਲਿਊਸ਼ਨਸ ਆਫ ਪੇਅਰਸ ਆਫ ਲੀਨੀਅਰ ਇਕੁਏਸ਼ਨਸ ਇਨ 2 ਵੇਰੀਏਬਲ ਯੂਜ਼ਿੰਗ ਗ੍ਰਾਫਿਕਲ ਮੈਥਡ ਐਂਡ ਡਿਫਰੈਂਟ ਅਲਜਬਰਿਕ ਮੈਥਡ। ਠੀਕ ਹੈ, ਇਹ ਹੈਗਾ ਬੇਟਾ ਚੈਪਟਰ 3। ਚੈਪਟਰ 3 ਦੇ ਵਿੱਚ ਤੁਸੀਂ ਮੈਥਡ ਪੜ੍ਹਦੇ ਹੋ, ਜਿਵੇਂ ਇਲੀਮੀਨੇਸ਼ਨ ਮੈਥਡ, ਗ੍ਰਾਫਿਕਲ ਮੈਥਡ, ਸਬਸਟੀਟਿਊਸ਼ਨ ਮੈਥਡ, ਕ੍ਰਾਸ ਮਲਟੀਪਲਾਈਕੇਸ਼ਨ ਮੈਥਡ। ਠੀਕ ਹੈ ਬੇਟਾ, ਇਹ ਸਾਰੇ ਤੁਹਾਨੂੰ ਮੈਥਡ ਨੇ, ਮਤਲਬ ਇਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ। ਇਹਨੂੰ ਡੇਲੀ ਲਾਈਫ ਦੇ ਵਿੱਚ ਤੁਸੀਂ ਕਿੱਦਾਂ ਅਪਲਾਈ ਕਰਨਾ ਆ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਆ। ਲੀਨੀਅਰ ਇਕੁਏਸ਼ਨਸ ਕੀ ਹੁੰਦੀਆਂ ਨੇ? ਠੀਕ ਹੈ, ਪੇਅਰ ਆਫ ਲੀਨੀਅਰ ਇਕੁਏਸ਼ਨ। ਲੀਨੀਅਰ ਇਕੁਏਸ਼ਨ ਕੀ ਹੁੰਦੀ ਹੈ ਬੇਟਾ ਆਪਣੇ ਕੋਲ? ਜਿਹਦੇ ਵਿੱਚ ਕੋਈ ਵੇਰੀਏਬਲ ਆ ਉਹਦੀ ਪਾਵਰ ਕਿੰਨੀ ਹੁੰਦੀ ਆ? 1। ਉਹਨੂੰ ਕੀ ਬੋਲਦੇ ਆਪਾਂ? ਲੀਨੀਅਰ ਇਕੁਏਸ਼ਨਸ। ਜਿਵੇਂ ਆਪਣੇ ਕੋਲ ਦੇਖੋ 2x ਆ ਪਲੱਸ 3 ਇਜ਼ ਇਕੁਅਲ ਟੂ 0। ਠੀਕ ਹੈ, ਇਹ ਇੱਕ ਲਾਈਨ ਬਣ ਗਈ। ਠੀਕ ਹੈ, ਇਹ ਵੀ ਲਾਈਨ ਦੀ ਇਕੁਏਸ਼ਨ ਆ ਕਿਉਂਕਿ x ਦੀ ਪਾਵਰ 1 ਹੈ, ਵੀ ਲੀਨੀਅਰ ਇਕੁਏਸ਼ਨ ਆ ਗਈ। ਇੱਦਾਂ 2x ਪਲੱਸ 3y ਇਜ਼ ਇਕੁਅਲ ਟੂ 5। ਇਹ ਲੀਨੀਅਰ ਇਕੁਏਸ਼ਨ ਹੈ ਬੇਟਾ 2 ਵੇਰੀਏਬਲ ਦੇ ਵਿੱਚ। ਇਹ ਲੀਨੀਅਰ ਇਕੁਏਸ਼ਨ ਆਪਣੇ ਕੋਲ 1 ਵੇਰੀਏਬਲ ਦੇ ਵਿੱਚ। ਠੀਕ ਹੈ,
नैक्सट देखो बेटा, नैक्सट है अपने कोल चैप्टर 4 डेमोस्ट्रेट स्ट्रेटजीज फॉर फाइंडिंग रूट्स एंड डिटरमिनिंग द नेचर ऑफ रूट्स ऑफ क्वाड्रेटिक इक्वेशन। किसी दो घाती समीकरण के मूल लभण के तरीके और मूलों की प्रकृति को निर्धारित करने दीआं रणनीतियों का प्रदर्शन करता है। ठीक है, तो बेटा ये डिस्क्रिमिनेंट मैथड बारे पता होना चाहिए। ठीक है, नेचर ऑफ रूट्स बारे पता होना चाहिए। ये आप स्टडी करते इस चैप्टर के जो एक डी आ वो ग्रेटर दैन 0 होवे। ठीक है, फिर अपने को रूट्स की होंगे ने बेटा जी, रियल एंड अनइक्वल, वास्तविक बराबर नहीं होंगे। ठीक है, ये डिस्टिंक्ट होंगे ने, अलग अलग होंगे ने। जे डी की वैल्यू अपने को 0 आती है बेटा, फिर रूट्स की होंगे अपने को रियल होंगे ने ते इक्वल होंगे ने, बराबर होंगे ने ते वास्तविक होंगे ने। जे डी की वैल्यू बेटा अपने को लैस दैन 0 होंगी है, फिर की होंगे अपने को नॉन रियल। ठीक है, जोड़े रूट्स ने वो वास्तविक नहीं होंगे ते संभव भी नहीं होंगे। ठीक है, जे बेटा अपने को डी आ ग्रेटर एंड इक्वल टू 0 होवे, फिर दी कंडीशन की होंगी अपने को रूट्स आर रियल। ठीक है, फिर वो रूट्स आर रियल की कंडीशन दे विच ये दोनों साइन आ जाते हैं ग्रेटर एंड इक्वल टू 0। ठीक है बेटा, ये बारे तुहानूं सारी जानकारी होनी चाहिए। ठीक है, किद्दां इहनूं क्वेश्चन अप्लाई करना वो बारे तुहानूं पता होना चाहिए। ठीक है, क्वाड्रेटिक इक्वेशन बारे पता होना चाहिए। क्वाड्रेटिक इक्वेशन किहड़ी हुंदी है, जिहदी पावर कितनी हुंदी है बेटा 2। ठीक है, घात कितनी हुंदी है 2। नैक्सट देखो बेटा, नैक्सट है अपने कोल चैप्टर 5 डिवेलप स्ट्रेटजीज टू अपलाई द कंसैप्ट ऑफ AP टू डेली लाइफ सिचुएशनस। ठीक है, अपनी डेली लाइफ के विच तुसीं AP आ अंक गणितक लड़ी आ उन्होंने किद्दां यूज़ करना आ, ये बारे तुहानूं जानकारी होनी चाहिए है। ठीक है, ये बारे तुसीं सीख जाओगे। जिवें मान लो तुसीं 1 किलोमीटर रस्ता तय किया है, थोड़े मैथ के बेटा क्वेश्चन भी है। मान लो तुसीं कुछ डिस्टेंस तय करते हो तो तुहानूं मान लो तुहानूं 10 रुपये देने पैंदे ने। ठीक है, कुछ किलोमीटर लिए मान लो तुसीं अगे होर जाने हो तो तुहानूं मान लो उन्होंने किन्ने देने पैंदे ने, वो कहना मतलब 10 रुपये तो फिक्स ने, अगे किन्ने देने पैंदे तुहानूं 8। जे नैक्सट कवर करते हो तुहानूं 8 होर देने पैंदे ने, नैक्सट अगे जाने हो तो तुहानूं 8 होर देने पैंदे ने। इद्दां बेटा तुसीं टोटल करके तो नहीं चैक करोगे। मान लो तुसीं उन्होंने तुहानूं दस्से भी इन्ने किलोमीटर डिस्टेंस गए हो तो तुसीं किद्दां फाइंड आउट करोगे, वो तुहानूं AP बारे जानकारी होनी चाहिए है। उन्होंने डेली लाइफ च आपां किद्दां अपलाई करना आ, वो nth सीरीज़ ऑफ nth टर्म किमें फाइंड आउट करनी आ। ठीक है, ये सारा तुहानूं बेटा ये बारे नॉलेज होनी चाहिए है। ये च आपां जिहड़े फार्मूले यूज़ करते हैं वो किहड़े फार्मूले सीगे अपने कोल, एक तो AN वाला A+N-1 इंटू D। ठीक है, एक बेटा आप ये किहड़ा फार्मूला यूज़ करते हुंदे आ, SN का की फार्मूला हुंदा N/2 2A+N-1 इंटू D। एक बेटा आप कई बार जब लास्ट टर्म गिवन होंगी आप ये फार्मूला भी यूज़ कर लें N/2 A+L। ठीक है, तो ये बारे जानकारी होनी चाहिए है तो जो तुम बेटा इनू डायरैक्ट अपलाई करके किन्नी भी टर्म फाइंड आउट करनी आ या सम फाइंड आउट करना तुम कर सको। ठीक है, वो कैलकुलेट कर सको। नैक्सट देखो बेटा, नैक्सट है अपने कोल चैप्टर 6 की वर्क आउट वेज टू डिफरेंशिएट बिटवीन कॉन्गुरेंट एंड सिमिलर फिगर्स। ये चैप्टर करके बेटा तुहानूं पता लग जाएगा भी सरबंगसम आकृतियां किहड़ियां हुंदियां ने। ठीक है, समरूप किहड़ियां हुंदियां ने। ठीक है, सरबंगसम, कॉन्गुरेंट, सिमिलर, समरूप, जिहड़ियां चीज़ां एक दूजे नूं चंगी तरह ढक लैंदियां ने। ठीक है, जिवें अपने दोनों हैंड्स ने एक दूजे नूं चंगी तरह ढक लैंदे ने, वो की हुंदे ने बेटा जी कॉन्गुरेंट फिगर्स। ठीक है, सिमिलर मतलब कि वो शेप ते आकृति इक्को जिही होवे उहनूं की बोलदे आपां सिमिलर फिगर्स। जिवें आल सर्कल्स आर सिमिलर फिगर्स बट आल सर्कल्स आर नॉट कॉन्गुरेंट। ठीक है, बस ये ध्यान च रखना है बेटा जिहड़ी चीज़ कॉन्गुरेंट हैगी आ। ठीक है, मान लो 2 ट्रायंगल्स ने, ये दोनों सेम ने। ठीक है, सेम साइड्स ने, इहदियां सेम एंगल्स ने, तो दोनों की ने कॉन्गुरेंट ने। जिहड़ी चीज़ कॉन्गुरेंट है बेटा उन्होंने आप सिमिलर कह सकते हैं। ठीक है, पर जिहड़ी चीज़ सिमिलर आ जिवें बहुत सर्कल्स आ सिमिलर उन्होंने आप कॉन्गुरेंट नहीं कह सकते। ठीक है, ये तुहानूं पता होना चाहिए दोनों च डिफरेंस की है। नैक्सट देखो बेटा, नैक्सट है अपने कोल जिहड़ा चैप्टर 8 आ। ठीक है, चैप्टर 8 है बेटा ड्राइव फार्मूला टू एस्टेब्लिश रिलेशनशिप फॉर ज्योमैट्रिकल शेप in context of coordinate planes such as finding distance between two given points to determine the coordinates of a point between any two given points to find the area of a triangle।
ਇਹਦੇ ਵਿੱਚ ਬੇਟਾ ਤੁਸੀਂ ਜਿਹੜਾ ਫਾਰਮੂਲਾ ਯੂਜ਼ ਕਰਦੇ ਹੋ, ਇੱਕ ਤਾਂ ਤੁਸੀਂ ਡਿਸਟੈਂਸ ਫਾਰਮੂਲਾ ਯੂਜ਼ ਕਰਦੇ ਹੋ, ਠੀਕ ਹੈ, ਦੂਰੀ ਸੂਤਰ ਯੂਜ਼ ਕਰਦੇ ਹੋ। ਮੰਨ ਲਓ ਤੁਹਾਡੇ ਕੋਲ 2 ਪੁਆਇੰਟਸ ਗਿਵਨ ਨੇ P ਐਂਡ Q, ਠੀਕ ਹੈ, ਇਹਨਾਂ ਦੋਨਾਂ ਵਿਚਕਾਰ ਡਿਸਟੈਂਸ ਕਿੰਨੀ ਆ, ਠੀਕ ਹੈ, ਤੁਹਾਨੂੰ ਉਹ ਮੈਜ਼ਰ ਕਰਨੀ ਆ ਜਾਵੇਗੀ। ਨੰਬਰ 2 ਤੇ ਮੰਨ ਲਓ ਇਹਦੇ ਵਿਚਕਾਰ ਕੋਈ ਪੁਆਇੰਟ ਫਾਈਂਡ ਆਊਟ ਕਰਨਾ, ਠੀਕ ਹੈ, ਪੁਆਇੰਟ ਫਾਈਂਡ ਆਊਟ ਕਰਨਾ। ਤੁਸੀਂ ਸੈਕਸ਼ਨ ਫਾਰਮੂਲਾ ਤੁਸੀਂ ਇਹਦੇ ਵਿੱਚ ਪੜ੍ਹੋਗੇ, ਸੈਕਸ਼ਨ ਫਾਰਮੂਲਾ ਯੂਜ਼ ਕਰਕੇ ਤੁਸੀਂ ਬੇਟਾ ਉਹ ਪੁਆਇੰਟ ਆ ਜਿਹੜਾ ਸੈਂਟਰ ਵਾਲਾ ਪੁਆਇੰਟ ਆ ਜਾਂ ਸਾਈਡ ਵਾਲਾ, ਸੈਂਟਰ ਵਾਲਾ ਤਾਂ ਮਿਡ ਪੁਆਇੰਟ ਦਾ ਫਾਰਮੂਲਾ ਯੂਜ਼ ਹੋ ਜਾਏਗਾ, ਜਾਂ ਕੋਈ ਵੀ ਪੁਆਇੰਟ ਬੇਟਾ ਤੁਸੀਂ ਇਹਦੇ ਵਿੱਚ ਆਪਾਂ ਫਾਈਂਡ ਆਊਟ ਕਰਨ ਬਾਰੇ ਸਿੱਖ ਜਾਵਾਂਗੇ। ਇੱਕ ਹੈਗਾ ਬੇਟਾ ਇਹਦੇ ਵਿੱਚ ਤੁਸੀਂ ਪੜ੍ਹੋਗੇ ਏਰੀਆ ਆਫ ਟ੍ਰਾਇੰਗਲਸ, ਠੀਕ ਹੈ, ਏਰੀਆ ਆਫ ਟ੍ਰਾਇੰਗਲ ਕਿਵੇਂ ਕੱਢਣਾ ਆ, ਜਾਂ ਏਰੀਆ ਆਫ ਕੁਆਡਰੀਲੇਟਰਲ ਖੇਤਰਫਲ ਕਿਵੇਂ ਫਾਈਂਡ ਆਊਟ ਕਰਨਾ, ਉਹਦੇ ਬਾਰੇ ਤੁਸੀਂ ਸਿੱਖ ਜਾਓਗੇ, ਠੀਕ ਹੈ। ਡੇਲੀ ਲਾਈਫ ਦੇ ਵਿੱਚ ਇਹਨੂੰ ਕਿਵੇਂ ਵਰਤਣਾ ਆ ਤੁਹਾਨੂੰ ਉਹ ਵੀ ਕਰਨਾ ਆ ਜਾਏਗਾ। ਨੈਕਸਟ ਦੇਖੋ ਬੇਟਾ, ਨੈਕਸਟ ਲਰਨਿੰਗ ਆਊਟਕਮ ਹੈ ਆਪਣੇ ਕੋਲ ਚੈਪਟਰ 8 ਦੀ, डिटरमिन all trigonometric ratios with respect to given acute angle, मतलब right angle, and use them to in solving problems in a daily life context like finding heights of different structures or distance from them, ठीक है। इस चैप्टर के बेटा तुसी एंगल्स बारे पढ़ते हो, टी रेशियोज बारे पढ़ते हो, मतलब साइन कोस टैन कोसिकेंट सीकेंट कॉट बारे स्टडी करते हो, ठीक है। तुहानू एंगल बारे नॉलेज हो जाएगी, एंगल ऑफ डिप्रैशन एंगल ऑफ रिफ्रैक्शन बारे जानकारी हो जाएगी, ठीक है। नाले बेटा तुसी ਇਹਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ, ਮੈਂ ਤੁਹਾਨੂੰ ਹਾਈਟ ਗਿਵਨ ਆ ਕਿਸੇ ਚੀਜ਼ ਦੀ ਜਾਂ ਤੁਸੀਂ ਡਿਸਟੈਂਸ ਫਾਈਂਡ ਆਊਟ ਕਰਨੀ ਆ, ਤੁਸੀਂ ਐਂਗਲ ਤੇ ਉਹ ਹਾਈਟ ਯੂਜ਼ ਕਰਕੇ ਡਿਸਟੈਂਸ ਫਾਈਂਡ ਆਊਟ ਕਰ ਸਕਦੇ ਹੋ, ਠੀਕ ਹੈ, ਟੀ ਰੇਸ਼ੀਓ ਯੂਜ਼ ਕਰਕੇ। ਇੱਕ ਬੇਟਾ ਤੁਸੀਂ ਇਹਦੇ ਵਿੱਚ ਜੇ ਮੰਨ ਲਓ ਤੁਸੀਂ ਕਿਸੇ ਚੀਜ਼ ਦੀ ਹਾਈਟ ਫਾਈਂਡ ਆਊਟ ਕਰਨੀ ਆ, ਜਿਵੇਂ ਕਿਸੇ ਟਰੀ ਦੀ ਹਾਈਟ ਫਾਈਂਡ ਆਊਟ ਕਰਨੀ ਆ, ਤੁਸੀਂ ਟਰੀ ਤੋਂ ਜਿੱਥੋਂ ਖੜੇ ਹੋ ਉਹ ਡਿਸਟੈਂਸ ਮੈਜ਼ਰ ਕਰਕੇ, ਐਂਗਲ ਮੈਜ਼ਰ ਕਰਕੇ ਕਲਾਈਨੋਮੀਟਰ ਦੀ ਮਦਦ ਨਾਲ ਤੁਸੀਂ ਉਹ ਟਰੀ ਦੀ ਹਾਈਟ ਵੀ ਫਾਈਂਡ ਆਊਟ ਕਰ ਸਕਦੇ ਹੋ, ਠੀਕ ਹੈ ਬੇਟਾ। ਇਹਦੇ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ। ਨੈਕਸਟ ਹੈ ਬੇਟਾ ਆਪਣੇ ਕੋਲ ਸਰਕਲ, ਇਹ 'ਚ ਕੀ ਸਿੱਖੋਗੇ, ਡਰਾਈਵ ਪ੍ਰੂਫਸ ਆਫ ਥਿਓਰਮ ਰਿਲੇਟਡ ਟੂ ਟੈਂਜੈਂਟਸ ਆਫ ਸਰਕਲ, ਠੀਕ ਹੈ। ਇਹ 'ਚ ਟੈਂਜੈਂਟ ਮਤਲਬ ਸਪਰਸ਼ਕਾਂ ਬਾਰੇ ਤੁਹਾਨੂੰ ਜਾਣਕਾਰੀ ਹੋ ਜਾਵੇਗੀ, ਠੀਕ ਹੈ। ਉਹਦੇ ਪ੍ਰੂਫ ਕੀ ਹੈ ਬੇਟਾ, ਇਹਦੇ ਵਿੱਚ ਜਿਵੇਂ ਲੈਂਥ ਆਫ 2 ਟੈਂਜੈਂਟਸ ਆਰ ਇਕੁਅਲ, ਠੀਕ ਹੈ, ਉਹਦੇ ਬਾਰੇ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਜਾਣਕਾਰੀ ਪ੍ਰਾਪਤ ਹੋ ਜਾਵੇਗੀ। ਨੈਕਸਟ ਹੈ ਰਚਨਾਵਾਂ, ਚੈਪਟਰ 11 ਕੰਸਟਰਕਸ਼ਨ ਬੇਟਾ। ਇਹਦੇ ਵਿੱਚ ਦੇਖੋ ਆਪਾਂ ਕੋਈ ਟ੍ਰਾਇੰਗਲ ਗਿਵਨ ਆ, ਉਹਦੇ ਆਪਾਂ ਕੋਈ ਸਿਮਿਲਰ ਟ੍ਰਾਇੰਗਲ ਡਰਾ ਕਰਨੀ ਆ, ਠੀਕ ਹੈ, ਉਹਦੇ ਬਾਰੇ ਪਤਾ ਲੱਗ ਜਾਵੇਗਾ, ਠੀਕ ਹੈ। ਇੱਕ ਹੈ ਬੇਟਾ ਆਪਣੇ ਕੋਲ ਪੇਅਰ ਆਫ ਟੈਂਜੈਂਟਸ ਫਰੋਮ ਐਕਸਟਰਨਲ ਪੁਆਇੰਟ, ਬਾਹਰਲੇ ਬਿੰਦੂ ਤੋਂ ਆਪਾਂ ਸਰਕਲ ਦੇ ਜਿਹੜੇ ਮਤਲਬ ਟੈਂਜੈਂਟ ਸਪਰਸ਼ਕਾਵਾਂ ਡਰਾ ਕਰਨੀਆਂ ਨੇ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਜਾਵੇਗਾ, ਠੀਕ ਹੈ। ਉਸ ਤੋਂ ਬਾਅਦ ਹੈ ਬੇਟਾ ਆਪਣੇ ਕੋਲ 13 ਚੈਪਟਰ ਦੀ ਲਰਨਿੰਗ ਆਊਟਕਮ ਹੈ ਫਾਈਂਡ ਸਰਫੇਸ ਏਰੀਆ ਐਂਡ ਵੋਲਿਊਮਸ ਆਫ ਆਬਜੈਕਟਸ। ਤੁਹਾਨੂੰ ਇਹਦੇ ਵਿੱਚ ਆਇਤਨ, ਸਰਫੇਸ ਏਰੀਆ, ਖੇਤਰਫਲ, ਠੀਕ ਹੈ, ਸਤ੍ਹਾ ਦਾ ਖੇਤਰਫਲ, ਕੌਰਡ ਸਰਫੇਸ ਏਰੀਆ, ਪਾਸ ਦਾ ਖੇਤਰਫਲ ਬਾਰੇ ਜਾਣਕਾਰੀ ਹੋ ਜਾਵੇਗੀ, ਠੀਕ ਹੈ। ਕਿੰਨਾ ਕਿੰਨਾ ਜਿਵੇਂ ਸਿਲੰਡਰ ਹੋ ਗਿਆ, ਕੋਨ ਹੋ ਗਿਆ, ਹੈਮੀਸਫੀਅਰ ਹੋ ਗਿਆ, ਠੀਕ ਹੈ, ਅਤੇ ਅਲੱਗ ਅਲੱਗ ਕੰਬੀਨੇਸ਼ਨ ਆਫ ਕਿਊਬਸ, ਜਿਵੇਂ ਤੁਹਾਡੇ ਕੋਲ 14.1 ਦੀ ਫਸਟ एग्जाम्पल हैगी ना, 2 क्यूब जोड़ के 3 क्यूब जोड़ के ਆਪਾਂ मतलब क्यूबाइड बना लिया, इस तरह रिलेटेड कई क्वेश्चनस ने ਉਹਦੇ ਬਾਰੇ ਤੁਹਾਨੂੰ ਸਾਰਾ ਪਤਾ ਲੱਗ ਜਾਵੇਗਾ, ਠੀਕ ਹੈ। ਇਹਦੀ ਲਰਨਿੰਗ ਆਊਟਕਮ ਕੀ ਹੈ ਬੇਟਾ 14 ਚੈਪਟਰ ਦੀ। ਇਹਦੇ ਵਿੱਚ ਬੇਟਾ ਆਪਾਂ ਤੁਸੀਂ ਕੀ ਸਿੱਖੋਗੇ, ਮੀਨ, ਮੀਡੀਅਨ, ਮੋਡ, ਠੀਕ ਹੈ, ਇਹਨੂੰ ਕਿਵੇਂ ਕੈਲਕੂਲੇਟ ਕਰਨਾ ਆ, ਠੀਕ ਹੈ। ਇਹ ਸਾਰੇ ਮੈਜ਼ਰ ਆਫ ਸੈਂਟਰਲ ਟੈਂਡੈਂਸੀ ਨੇ, ਕੇਂਦਰ ਪ੍ਰਮਿਤੀ ਦਾ ਮਾਪ ਨੇ ਬੇਟਾ। ਇਹ 'ਚ ਰੇਂਜ ਹੈ ਜਿਹੜੀ ਉਹ ਕੇਂਦਰ ਪ੍ਰਮਿਤੀ ਦਾ ਮਾਪ ਆ ਜਿਹੜਾ ਉਹ ਨਹੀਂ ਹੈਗੀ, ਠੀਕ ਹੈ। ਤੁਸੀਂ ਇਹਨੂੰ ਡੇਲੀ ਲਾਈਫ ਵਿੱਚ ਕਿਵੇਂ ਯੂਜ਼ ਕਰਨਾ ਆ, ਜਿਵੇਂ ਕੋਈ ਡਾਟਾ ਇਕੱਠਾ ਕਰਦੇ ਹਾਂ ਆਪਾਂ, ਠੀਕ ਹੈ, ਉਹਦਾ ਮੀਨ, ਮੀਡੀਅਨ, ਮੋਡ ਕਿੱਦਾਂ ਕੈਲਕੂਲੇਟ ਕਰਨਾ ਹੈ, ਤੁਸੀਂ ਉਸ ਬਾਰੇ ਤੁਹਾਨੂੰ ਜਾਣਕਾਰੀ ਹੋ ਜਾਵੇਗੀ, ਠੀਕ ਹੈ, ਕਿਉਂਕਿ ਸਾਰੇ ਇਹ ਸੈਂਟਰਲ ਮੈਜ਼ਰ ਆਫ ਟੈਂਡੈਂਸੀ ਕੇਂਦਰ ਪ੍ਰਮਿਤੀ ਦਾ ਮਾਪ ਦੱਸ ਦਿੰਦੇ ਨੇ, ਠੀਕ ਹੈ, ਐਸਟੀਮੇਟ ਵੈਲਿਊ ਦਿੰਦੇ ਨੇ ਆਪਾਂ ਨੂੰ। ਅੱਗੇ ਹੈ ਬੇਟਾ ਆਪਣੇ ਕੋਲ ਚੈਪਟਰ 15 ਦੀ ਕੀ ਲਰਨਿੰਗ ਆਊਟਕਮ ਹੈ ਡਿਟਰਮਿਨ ਦਾ ਪ੍ਰੋਬੇਬਿਲਿਟੀ ਆਫ ਐਨ ਈਵੈਂਟ ਐਂਡ ਅਪਲਾਈ ਦਾ ਕੰਸੈਪਟ ਇਨ ਸੋਲਵਿੰਗ ਡੇਲੀ ਲਾਈਫ ਪ੍ਰੋਬਲਮਸ। ਤੁਸੀਂ ਬੇਟਾ ਇਹਦੇ ਬਾਰੇ ਸੰਭਾਵਨਾ, ਪ੍ਰੋਬੇਬਲ ਕੰਸੈਪਟ ਬਾਰੇ ਤੁਹਾਨੂੰ ਜਾਣਕਾਰੀ ਹੋ ਜਾਵੇਗੀ, ਜਿਵੇਂ ਹੈਡ ਐਂਡ ਟੇਲ, ਠੀਕ ਹੈ, ਡਾਈਜ਼ ਰਿਲੇਟਡ ਪ੍ਰੋਬਲਮਸ ਹੋ ਗਈਆਂ, ਕਾਰਡ ਰਿਲੇਟਡ ਪ੍ਰੋਬਲਮ ਹੋ ਗਈਆਂ, ਠੀਕ ਹੈ। ਇਹਨਾਂ ਸਾਰਿਆਂ ਨੂੰ ਮਤਲਬ ਪ੍ਰੋਬਲਮ ਡੇਲੀ ਲਾਈਫ 'ਚ ਆਪਾਂ ਕਿਵੇਂ ਯੂਜ਼ ਕਰਨਾ ਆ, ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੋ ਜਾਵੇਗੀ, ਠੀਕ ਹੈ ਬੇਟਾ। ਇਹ ਤੁਹਾਡੀਆਂ ਸੀਗੀਆਂ ਸਾਰੇ ਲਰਨਿੰਗ ਆਊਟਕਮਸ ਚੈਪਟਰ ਵਾਈਜ਼। ਥੈਂਕਸ ਬੇਟਾ ਫॉर वाचिंग दिस वीडियो।